ਪਿਆਰੇ ਵਿਦਿਆਰਥੀਓ, ਸਤਿ ਸ੍ਰੀ ਅਕਾਲ। ਅੱਜ ਦੀ ਇਸ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਮੁਗਲ ਸਾਮਰਾਜ ਦੀ ਸਥਾਪਨਾ ਬਾਰੇ। ਤਾਂ ਸ਼ੁਰੂ ਕਰ ਦਿਆਂਗੇ। ਮੁਗਲ ਸਾਮਰਾਜ 1526 ਈਸਵੀ ਤੋਂ 1707 ਈਸਵੀ 1526 ਤੋਂ 1530 ਈਸਵੀ ਤੱਕ ਬਾਬਰ 1530 ਤੋਂ 56 ਤੱਕ ਹਿਮਾਯੂ 1556 ਤੋਂ ਲੈ ਕੇ 1506 ਤੱਕ ਅਕਬਰ 1605 ਤੋਂ ਲੈ ਕੇ 1627 ਈਸਵੀ ਤੱਕ ਜਹਾਂਗੀਰ 1627 ਤੋਂ 1658 ਈਸਵੀ ਤੱਕ ਸ਼ਾਹਜਹਾਂ 1658 ਈਸਵੀ ਤੋਂ 1707 ਈਸਵੀ ਤੱਕ ਔਰੰਗਜ਼ੇਬ। ਮੁਗਲ ਸਾਮਰਾਜ ਦਾ ਨਕਸ਼ਾ ਇਹ ਦੇਖ ਸਕਦੇ ਆਪਾਂ। ਨਕਸ਼ੇ ਦੇ ਵਿੱਚ ਮੁਗਲ ਸਾਮਰਾਜ ਜਿਹੜਾ ਇਹਦੇ ਟਿਪਸ ਦਿੱਤੀ ਹੋਈ ਨੇ ਜੀ, ਕਿੱਥੇ ਕਿੱਥੇ ਉਹਨਾਂ ਦਾ ਰਾਜ ਸੀਗਾ। ਅੱਗੇ ਮੁਗਲ ਸਾਮਰਾਜ ਦੀ ਸਥਾਪਨਾ 1526 ਈਸਵੀ ਵਿੱਚ ਬਾਬਰ ਨੇ ਪਾਣੀਪਤ ਦੀ ਪਹਿਲੀ ਲੜਾਈ ਵਿੱਚ ਇਬਰਾਹਿਮ ਲੋਧੀ ਨੂੰ ਹਰਾ ਕੇ ਕੀਤੀ। ਬਾਬਰ 1526 ਤੋਂ 1530 ਈਸਵੀ ਬਾਬਰ ਮੁਗਲ ਸਾਮਰਾਜ ਦਾ ਮੋਢੀ ਸੀ। ਉਹ ਇੱਕ ਮਹਾਨ ਜਰਨੈਲ ਸੀ। ਪੂਰਾ ਨਾਮ ਜ਼ਹੀਰ-ਉਦ-ਦੀਨ ਮੁਹੰਮਦ। ਜਨਮ ਮੱਧ ਏਸ਼ੀਆ ਵਿੱਚ ਅਫਗਾਨਾਂ ਦੀ ਰਾਜਧਾਨੀ ਅੰਦੀਜਾਨ ਵਿਖੇ 14 ਫਰਵਰੀ 1483 ਈਸਵੀ ਨੂੰ ਹੋਇਆ। ਪਿਤਾ ਦਾ ਨਾਮ ਉਮਰ ਸ਼ੇਖ ਮਿਰਜ਼ਾ। ਰਚਨਾ ਆਤਮਕਥਾ। ਬਾਬਰ ਨੇ ਆਤਮਕਥਾ ਤੁਝ ਕੇ ਬਾਬਰੀ ਤੁਰਕੀ ਭਾਸ਼ਾ ਵਿੱਚ ਦੀ ਰਚਨਾ ਕੀਤੀ। ਮਹੱਤਵਪੂਰਨ ਜਿੱਤਾਂ। ਪਾਣੀਪਤ ਦੀ ਪਹਿਲੀ ਲੜਾਈ 1526 ਈਸਵੀ ਬਾਬਰ ਅਤੇ ਇਬਰਾਹਿਮ ਲੋਧੀ ਦੀਆਂ ਫੌਜਾਂ ਵਿਚਕਾਰ 21 ਅਪ੍ਰੈਲ 1526 ਈਸਵੀ ਨੂੰ ਪਾਣੀਪਤ ਦੇ ਮੈਦਾਨ ਵਿੱਚ ਘਮਸਾਣ ਦਾ ਯੁੱਧ ਹੋਇਆ, ਜਿਸ ਵਿੱਚ ਬਾਬਰ ਜੇਤੂ ਰਿਹਾ। ਇਸ ਲੜਾਈ ਵਿੱਚ ਬਾਬਰ ਨੇ ਪਹਿਲੀ ਵਾਰ ਤੋਪਾਂ ਦੀ ਵਰਤੋਂ ਕੀਤੀ। ਕਣਵਾਹਾ ਦੀ ਲੜਾਈ 1527 ਈਸਵੀ। ਕਣਵਾਹਾ ਦੀ ਲੜਾਈ ਬਾਬਰ ਅਤੇ ਰਾਣਾ ਸਾਂਗਾ ਵਿਚਕਾਰ ਹੋਈ, ਜਿਸ ਲੜਾਈ ਵਿੱਚ ਬਾਬਰ ਜੇਤੂ ਰਿਹਾ। ਚੰਦੇਰੀ ਦੀ ਲੜਾਈ 1528 ਈਸਵੀ। ਚੰਦੇਰੀ ਦੀ ਲੜਾਈ ਬਾਬਰ ਅਤੇ ਰਾਜਪੂਤ ਸ਼ਾਸਕਾਂ ਮੇਦਨੀ ਰਾਓ ਵਿਚਕਾਰ ਹੋਈ। ਇਸ ਲੜਾਈ ਵਿੱਚ ਬਾਬਰ ਜੇਤੂ ਰਿਹਾ। ਘਾਗਰਾ ਦੀ ਲੜਾਈ 1529 ਈਸਵੀ। 1529 ਈਸਵੀ ਵਿੱਚ ਬਾਬਰ ਨੇ ਇਸ ਆਖਰੀ ਲੜਾਈ ਵਿੱਚ ਅਫਗਾਨਾਂ ਨੂੰ ਕਰਾਰੀ ਹਾਰ ਦਿੱਤੀ। 1530 ਈਸਵੀ ਵਿੱਚ ਬਾਬਰ ਦੀ ਮੌਤ ਹੋ ਗਈ। ਅਭਿਆਸ ਲਈ ਪ੍ਰਸ਼ਨ ਹੈ ਜੀ, ਪਾਣੀਪਤ ਦੀ ਪਹਿਲੀ ਲੜਾਈ ਕਦੋਂ ਹੋਈ? 1526 ਈਸਵੀ ਵਿੱਚ। ਬਾਬਰ ਦਾ ਜਨਮ ਕਿੱਥੇ ਹੋਇਆ ਸੀ? ਇਹ ਆਪਾਂ ਦੇਖਿਆ ਰਹੀ ਇੱਥੇ। ਬਾਬਰ ਦਾ ਜਨਮ ਮੱਧ ਏਸ਼ੀਆ ਅਫਗਾਨਾਂ ਦੀ ਰਾਜਧਾਨੀ ਅੰਦੀਜਾਨ ਵਿਖੇ ਹੋਇਆ। ਬਾਬਰ ਨੇ ਯੁੱਧ ਪ੍ਰਣਾਲੀ ਵਿੱਚ ਕੀ ਤਬਦੀਲੀ ਆਈ? ਉਹਨੇ ਤੋਪਾਂ ਦੀ ਵਰਤੋਂ ਕੀਤੀ ਸੀ। ਲੋਧੀ ਵੰਸ਼ ਦਾ ਆਖਰੀ ਸ਼ਾਸਕ ਕੌਣ ਸੀ? ਇਬਰਾਹਿਮ ਲੋਧੀ ਆਖਰੀ ਸ਼ਾਸਕ ਸੀ ਲੋਧੀ ਵੰਸ਼ ਦਾ। ਹਿਮਾਯੂ 1530 ਈਸਵੀ ਤੋਂ 1540 ਈਸਵੀ। 1555 ਤੋਂ 1556 ਈਸਵੀ।
1530 ਈਸਵੀ ਵਿੱਚ ਬਾਬਰ ਦੀ ਮੌਤ ਤੋਂ ਬਾਅਦ ਉਸ ਦਾ ਪੁੱਤਰ ਹਿਮਾਯੂ ਰਾਜ ਗੱਦੀ 'ਤੇ ਬੈਠਿਆ। ਜਨਮ 6 ਮਾਰਚ 1508 ਈਸਵੀ। ਪੂਰਾ ਨਾਮ ਨਸੀਰੂਉਦੀਨ ਮੁਹੰਮਦ ਨਾਸਰਉਦੀਨ। ਮਹੱਤਵਪੂਰਨ ਲੜਾਈਆਂ। ਚੌਸਾ ਦੀ ਲੜਾਈ 1539 ਈਸਵੀ ਵਿੱਚ ਚੌਸਾ ਦੇ ਸਥਾਨ 'ਤੇ ਸ਼ੇਰ ਖਾਂ ਅਤੇ ਹਿਮਾਯੂ ਵਿਚਕਾਰ ਹੋਈ। ਕਨੌਜ ਦੀ ਲੜਾਈ। ਇਹ ਲੜਾਈ 1540 ਈਸਵੀ ਵਿੱਚ ਸ਼ੇਰ ਸ਼ਾਹ ਸੂਰੀ ਨਾਲ ਹੋਈ। ਇਸ ਲੜਾਈ ਵਿੱਚ ਹਿਮਾਯੂ ਦੀ ਹਾਰ ਹੋਈ। ਉਹ ਭਾਰਤ ਛੱਡ ਕੇ ਈਰਾਨ ਚਲਾ ਗਿਆ। 15 ਸਾਲਾਂ ਬਾਅਦ 1555 ਈਸਵੀ ਵਿੱਚ ਹਿਮਾਯੂ ਨੇ ਮੁੜ ਦਿੱਲੀ 'ਤੇ ਕਬਜ਼ਾ ਕਰ ਲਿਆ ਅਤੇ 1556 ਈਸਵੀ ਵਿੱਚ ਉਸ ਦੀ ਮੌਤ ਹੋ ਗਈ। ਰਚਨਾ ਜੀਵਨੀ। ਹਿਮਾਯੂ ਨਾਮਾ ਦੀ ਰਚਨਾ ਹਿਮਾਯੂ ਦੀ ਭੈਣ ਗੁਲਬਦਨ ਬੇਗਮ ਦੁਆਰਾ ਕੀਤੀ ਗਈ। ਠੀਕ ਹੈ, ਇਹ ਮਹੱਤਵਪੂਰਨ ਹੈਗਾ ਵੀ ਹਿਮਾਯੂ ਨਾਮਾ ਕਿਹਨੇ ਲਿਖਿਆ। ਹਿਮਾਯੂ ਨਾਮਾ ਹਿਮਾਯੂ ਦੀ ਭੈਣ ਗੁਲਬਦਨ ਬੇਗਮ ਦੁਆਰਾ ਲਿਖਿਆ ਗਿਆ। ਅਕਬਰ 1556 ਤੋਂ 1605 ਈਸਵੀ। 1556 ਈਸਵੀ ਵਿੱਚ ਹਿਮਾਯੂ ਦੀ ਮੌਤ ਤੋਂ ਬਾਅਦ ਅਕਬਰ ਮੁਗਲਾਂ ਦਾ ਨਵਾਂ ਬਾਦਸ਼ਾਹ ਬਣਿਆ। ਉਸ ਦਾ ਸਰਪ੍ਰਸਤ ਬੈਰਮ ਖਾਂ ਨੂੰ ਬਣਾਇਆ ਗਿਆ। ਪੂਰਾ ਨਾਮ ਜਲਾਲੂਦੀਨ ਮੁਹੰਮਦ ਅਕਬਰ। ਜਨਮ 14 ਅਕਤੂਬਰ 1542 ਈਸਵੀ। ਨਵਾਂ ਧਰਮ ਦੀਨ ਇਲਾਹੀ। ਮੌਤ 1605 ਈਸਵੀ। ਪ੍ਰਸਿੱਧ ਸੰਗੀਤਕਾਰ ਤਾਨਸੇਨ। ਇਮਾਰਤਾਂ। ਪ੍ਰਸਿੱਧ ਇਮਾਰਤਾਂ ਫਤਿਹਪੁਰ ਸਿਕਰੀ, ਬੁਲੰਦ ਦਰਵਾਜ਼ਾ। ਰਚਨਾ ਐਨੇ ਅਕਬਰੀ ਅਤੇ ਅਕਬਰਨਾਮਾ। ਅਕਬਰ ਦੇ ਦਰਬਾਰੀ ਇਤਿਹਾਸਕਾਰ ਅਬੁਲ ਫਜ਼ਲ ਵੱਲੋਂ ਐਨੇ ਅਕਬਰੀ ਅਤੇ ਅਕਬਰਨਾਮਾ ਦੀ ਰਚਨਾ ਕੀਤੀ ਗਈ। ਮਹੱਤਵਪੂਰਨ ਜਿੱਤਾਂ। ਪਾਣੀਪਤ ਦੀ ਦੂਸਰੀ ਲੜਾਈ 1556 ਈਸਵੀ। ਇਸ ਲੜਾਈ ਵਿੱਚ ਅਕਬਰ ਨੇ ਆਦਿਲ ਸ਼ਾਹ ਸੂਰੀ ਦੇ ਪ੍ਰਧਾਨ ਮੰਤਰੀ ਹਿਮੂ ਨੂੰ ਹਰਾਇਆ। ਹਲਦੀ ਘਾਟ ਦੀ ਲੜਾਈ 1576 ਈਸਵੀ। ਇਸ ਲੜਾਈ ਵਿੱਚ ਅਕਬਰ ਨੇ ਰਾਜਪੂਤ ਸ਼ਾਸਕ ਮਹਾਰਾਣਾ ਪ੍ਰਤਾਪ ਨੂੰ ਕਰਾਰੀ ਹਾਰ ਦਿੱਤੀ। ਹੋਰ ਮਹੱਤਵ ਜਿੱਤਾਂ। ਮਾਲਵੇ ਦੀ ਜਿੱਤ, ਗੁਜਰਾਤ ਦੀ ਜਿੱਤ, ਬੰਗਾਲ, ਬਿਹਾਰ, ਕਾਬਲ, ਸਿੰਧ, ਉੜੀਸਾ, ਸਿੰਧ ਅਤੇ ਦੱਖਣੀ ਭਾਰਤ ਦੀਆਂ ਜਿੱਤਾਂ। ਖਾਨਦੇਸ਼, ਅਹਿਮਦਨਗਰ, ਬੀਜਾਪੁਰ, ਗੋਲਕੁੰਡਾ ਆਦਿ। ਅਕਬਰ ਦਾ ਸਾਮਰਾਜ। ਅਕਬਰ ਦਾ ਸਾਮਰਾਜ ਪੂਰਬ ਵਿੱਚ ਬੰਗਾਲ ਤੋਂ ਲੈ ਕੇ ਪੱਛਮ ਵਿੱਚ ਅਫਗਾਨਿਸਤਾਨ ਤੱਕ ਅਤੇ ਉੱਤਰ ਵਿੱਚ ਕਸ਼ਮੀਰ ਤੋਂ ਲੈ ਕੇ ਦੱਖਣ ਵਿੱਚ ਗੋਦਾਵਰੀ ਨਦੀ ਤੱਕ ਫੈਲਿਆ ਹੋਇਆ ਸੀ। ਅਭਿਆਸੀ ਪ੍ਰਸ਼ਨ। ਹਿਮਾਯੂ ਨੂੰ ਕਿਸ ਨੇ ਹਰਾਇਆ। ਪਾਣੀਪਤ ਦੀ ਦੂਸਰੀ ਲੜਾਈ ਕਿਹਨਾਂ ਵਿਚਕਾਰ ਹੋਈ। ਹਿਮੂ ਕੌਣ ਸੀ। ਅਕਬਰਨਾਮਾ ਦਾ ਲੇਖਕ ਕੌਣ ਸੀ। ਇਹ ਪ੍ਰਸ਼ਨ ਤੁਸੀਂ ਦੇਖ ਲੈਣੇ, ਨੋਟ ਕਰ ਲੈਣੇ ਆਪਣੀ ਕਾਪੀਆਂ 'ਤੇ। ਜਹਾਂਗੀਰ 1605 ਈਸਵੀ ਤੋਂ 1627 ਈਸਵੀ। 1605 ਈਸਵੀ ਵਿੱਚ ਅਕਬਰ ਦੀ ਮੌਤ ਤੋਂ ਬਾਅਦ ਉਸ ਦਾ ਪੁੱਤਰ ਜਹਾਂਗੀਰ ਗੱਦੀ 'ਤੇ ਬੈਠਿਆ। ਬਚਪਨ ਦਾ ਨਾਮ ਮੁਹੰਮਦ ਸਲੀਮ। ਪੂਰਾ ਨਾਮ ਨੂਰਉਦੀਨ ਮੁਹੰਮਦ ਜਹਾਂਗੀਰ। ਜਨਮ 31 ਅਗਸਤ 1569 ਈਸਵੀ। ਮੌਤ 28 ਅਕਤੂਬਰ 1627 ਈਸਵੀ। ਆਤਮ ਕਥਾ ਤੁਝ ਕੇ ਜਹਾਂਗੀਰੀ। ਇਮਾਰਤਾਂ। ਪ੍ਰਸਿੱਧ ਇਮਾਰਤਾਂ। ਸਿਕੰਦਰਾ ਵਿਖੇ ਅਕਬਰ ਦਾ ਮਕਬਰਾ। ਮਹੱਤਵਪੂਰਨ ਜਿੱਤਾਂ। ਮੇਵਾੜ ਦੀ ਜਿੱਤ 1615 ਈਸਵੀ। ਮੇਵਾੜ 'ਤੇ ਰਾਣਾ ਅਮਰ ਸਿੰਘ ਦਾ ਸ਼ਾਸਨ ਸੀ। ਉਹ ਆਪਣੇ ਦੇਸ਼
ਦੀ ਬਰਬਾਦੀ ਨਹੀਂ ਦੇਖ ਸਕਦਾ ਸੀ, ਜਿਸ ਕਾਰਨ ਉਸਨੇ 1615 ਈਸਵੀ ਵਿੱਚ ਮੁਗਲਾਂ ਨਾਲ ਸੰਧੀ ਕਰ ਲਈ। ਇਸ ਸੰਧੀ ਨਾਲ ਜਹਾਂਗੀਰ ਨੇ ਮੇਵਾੜ ਨੂੰ ਆਪਣੇ ਅਧੀਨ ਕਰ ਲਿਆ। ਕਾਂਗੜਾ ਦੀ ਜਿੱਤ 1620 ਈਸਵੀ 1620 ਈਸਵੀ ਵਿੱਚ ਜਹਾਂਗੀਰ ਨੇ ਕਾਂਗੜਾ ਦੇ ਮਜ਼ਬੂਤ ਕਿਲੇ 'ਤੇ ਜਿੱਤ ਪ੍ਰਾਪਤ ਕੀਤੀ। ਸ਼ਾਹਜਹਾਂ 1628 ਤੋਂ 1658 ਈਸਵੀ ਜਹਾਂਗੀਰ ਤੋਂ ਬਾਅਦ ਉਸ ਦਾ ਪੁੱਤਰ ਸ਼ਾਹਜਹਾਂ ਰਾਜਗੱਦੀ 'ਤੇ ਬੈਠਿਆ। ਮੁੱਢਲਾ ਨਾਮ ਸ਼ਹਾਬ-ਉਦ-ਦੀਨ ਮੁਹੰਮਦ ਖੁਰਮ, ਪੂਰਾ ਨਾਮ ਅੱਲਾ ਆਜ਼ਾਦ ਅਬੁਲ ਮੁਜ਼ੱਫਰ ਸ਼ਹਾਬ-ਉਦ-ਦੀਨ ਮੁਹੰਮਦ ਸ਼ਾਹਜਹਾਂ। ਜਨਮ 5 ਫਰਵਰੀ 1592 ਈਸਵੀ, ਮੌਤ 22 ਜਨਵਰੀ 1666 ਈਸਵੀ। ਪ੍ਰਸਿੱਧ ਗ੍ਰੰਥ ਪਦਮ ਸ਼ਾਹਨਾਮਾ, ਅਬਦੁਲ ਹਮੀਦ ਲਾਹੌਰੀ, ਸ਼ਾਹਜਹਾਂਨਾਮਾ, ਮੁਹੰਮਦ ਸਦੀਕ। ਪ੍ਰਸਿੱਧ ਇਮਾਰਤਾਂ ਸ਼ਾਹਜਹਾਂ ਨੇ ਆਪਣੀ ਮੁਮਤਾਜ਼ ਬੇਗਮ ਮੁਮਤਾਜ਼ ਤਾਜ ਮਹਿਲ ਦੀ ਯਾਦ ਵਿੱਚ ਆਗਰਾ ਵਿਖੇ ਤਾਜ ਮਹਿਲ ਦੀ ਇਮਾਰਤ ਈਰਾਨੀਆਂ ਦੇ ਉਸਤਾਦ ਈਸਾ ਦੀ ਨਿਗਰਾਨੀ ਹੇਠ ਬਣਵਾਈ। ਉਸਨੇ ਦਿੱਲੀ ਵਿਖੇ ਲਾਲ ਕਿਲ੍ਹਾ, ਜਾਮਾ ਮਸਜਿਦ ਦੀਆਂ ਪ੍ਰਸਿੱਧ ਇਮਾਰਤਾਂ ਬਣਵਾਈਆਂ। ਦੇਖ ਸਕਦੇ ਨੇ ਆਪਾਂ ਲਾਲ ਕਿਲ੍ਹਾ, ਜਾਮਾ ਮਸਜਿਦ ਦਿੱਲੀ ਦੇ ਵਿੱਚ। ਦੱਖਣ ਦੀ ਨੀਤੀ ਸ਼ਾਹਜਹਾਂ ਦੇ ਸਮੇਂ ਮੁਗਲਾਂ ਦੀ ਦੱਖਣ ਨੀਤੀ ਇੱਕ ਨਵੇਂ ਯੁੱਗ ਵਿੱਚ ਪ੍ਰਵੇਸ਼ ਹੋਈ। ਇਸ ਦੇ ਦੋ ਮੁੱਖ ਉਦੇਸ਼ ਸਨ: ਆਪਣੇ ਸਾਮਰਾਜ ਦਾ ਵਿਸਥਾਰ, ਦੱਖਣ ਦੀਆਂ ਸ਼ੀਆ ਇਮਾਰਤਾਂ ਨੂੰ ਖਤਮ ਕਰਨਾ। ਮਹੱਤਵਪੂਰਨ ਜਿੱਤਾਂ: ਅਹਿਮਦਨਗਰ, ਗੋਲਕੁੰਡਾ, ਬੀਜਾਪੁਰ, ਕੰਧਾਰ ਦੀ ਜਿੱਤ। ਔਰੰਗਜ਼ੇਬ 1658 ਤੋਂ 1707 ਈਸਵੀ ਔਰੰਗਜ਼ੇਬ ਮੁਗਲਾਂ ਦਾ ਆਖਰੀ ਪ੍ਰਸਿੱਧ ਸ਼ਾਸਕ ਸੀ। ਸ਼ਾਹਜਹਾਂ ਦੀ ਮੌਤ ਤੋਂ ਬਾਅਦ ਔਰੰਗਜ਼ੇਬ ਗੱਦੀ 'ਤੇ ਬੈਠਿਆ। ਪੂਰਾ ਨਾਮ ਮੁਹੀਬ-ਉਦ-ਦੀਨ ਮੁਹੰਮਦ ਔਰੰਗਜ਼ੇਬ। ਪ੍ਰਸਿੱਧ ਨਾਮ ਆਲਮਗੀਰ। ਜਨਮ 3 ਨਵੰਬਰ 1618 ਈਸਵੀ, ਮੌਤ 3 ਮਾਰਚ 1707 ਈਸਵੀ। ਮਹੱਤਵਪੂਰਨ ਜਿੱਤਾਂ: ਔਰੰਗਜ਼ੇਬ ਦੇ ਸਮੇਂ ਮੁਗਲ ਸਾਮਰਾਜ ਸਭ ਤੋਂ ਵੱਧ ਵਿਸਥਾਰ ਹੋਇਆ, ਪਰ ਇਸ ਨੇ ਮੁਗਲ ਸਾਮਰਾਜ ਦੀਆਂ ਜੜ੍ਹਾਂ ਨੂੰ ਹਿਲਾ ਕੇ ਰੱਖ ਦਿੱਤਾ। ਉੱਤਰ ਪੂਰਬੀ ਸੀਮਾ ਦੀਆਂ ਜਿੱਤਾਂ: ਕੂਚ ਬਿਹਾਰ, ਅਸਾਮ, ਚਿੱਟਾਗਾਂਗ ਦੀ ਜਿੱਤ। ਉੱਤਰ ਪੱਛਮੀ ਸੀਮਾ ਵੱਲ ਸਥਿਤ ਖੂੰਖਾਰ ਕਬੀਲੇ ਦੀਆਂ ਬਗਾਵਤਾਂ ਦਾ ਦਮਨ। ਦੱਖਣ ਭਾਰਤ ਦੀਆਂ ਜਿੱਤਾਂ: ਬੀਜਾਪੁਰ, ਗੋਲਕੁੰਡਾ ਦੀ ਜਿੱਤ। ਦੱਖਣ ਦੀ ਨੀਤੀ: ਦੱਖਣ ਦੇ ਇਲਾਕਿਆਂ ਨੂੰ ਆਪਣੇ ਅਧੀਨ ਕਰਨ ਲਈ ਔਰੰਗਜ਼ੇਬ ਨੂੰ ਲਗਾਤਾਰ ਲੜਾਈਆਂ ਵਿੱਚ ਉਲਝਣਾ ਪਿਆ, ਜਿਸ ਕਾਰਨ ਉੱਤਰ ਭਾਰਤ ਵੱਲ ਧਿਆਨ ਨਾ ਦੇ ਸਕਿਆ ਅਤੇ ਥਾਂ-ਥਾਂ 'ਤੇ ਵਿਦਰੋਹ ਹੋਣ ਲੱਗੇ, ਜਿਸ ਕਾਰਨ ਮੁਗਲ ਸਾਮਰਾਜ ਪਤਨ ਵੱਲ ਚਲਾ ਗਿਆ। ਅਭਿਆਸੀ ਪ੍ਰਸ਼ਨ: ਜਹਾਂਗੀਰ ਦੀ ਆਤਮ ਕਥਾ ਦੱਸੋ। ਠੀਕ ਹੈ ਜੀ। ਆਤਮ ਕਥਾ ਨਾਮ ਤੁਝ ਏ ਜਹਾਂਗੀਰੀ। ਤਾਜ ਮਹਿਲ ਕਿਸ ਦੀ ਯਾਦ ਵਿੱਚ ਬਣਵਾਇਆ ਗਿਆ? ਬੇਗਮ
ਮੁਮਤਾਜ਼ ਦੀ ਜਾਂਚ। ਔਰੰਗਜ਼ੇਬ ਦਾ ਪ੍ਰਸਿੱਧ ਨਾਮ ਆਲਮਗੀਰ। ਇਹ ਸੀ ਮਹੱਤਵਪੂਰਨ ਵੀਡੀਓ। ਇਸ ਨੂੰ ਧਿਆਨ ਨਾਲ ਸੁਣ ਲੈਣਾ ਅਤੇ ਆਪਣੀ ਵੀਡੀਓ ਨੂੰ ਅੱਗੇ ਸ਼ੇਅਰ ਕਰ ਦੇਣਾ, ਕਮੈਂਟ ਕਰਨਾ ਅਤੇ ਹੋਰ ਵੀਡੀਓ ਤੁਹਾਡੇ ਤੱਕ ਪਹੁੰਚ ਸਕਣ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ, ਵੀਡੀਓ ਅੱਗੇ ਸ਼ੇਅਰ ਕਰ ਦਿਓ। ਧੰਨਵਾਦ ਜੀ।